ਫਿਰ ਮਿੱਤਰੋ ਰੈਸਟੋਰੈਂਟ ਤਾਂ ਸਰਗੋਦੇ ਦੇ ਵਿੱਚ ਬੜੇ ਦੇਖੇ, ਜਿਹੜਾ ਅੱਜ ਮੈਂ ਰੈਸਟੋਰੈਂਟ ਦਿਖਾ ਰਿਹਾ ਨਾ, ਆਏ ਹਾਏ ਬੜਾ ਹੀ VIP ਤੇ ਉੱਥੇ ਕਵਾਲੀ ਹੋ ਰਹੀ। ਉਹ ਹੁੰਦਾ ਕੁਛ ਇਸ ਤਰ੍ਹਾਂ ਕਿ ਜੁਮੇ ਦਾ ਦਿਨ ਸੀ, ਯਾਰ ਹੁਣੀ ਚੱਲੇ ਸੀ ਜੁਮਾ। ਤੁਸੀਂ ਦੇਖਣਾ ਪੂਰਾ ਬਹੁਤ ਹੀ ਪਿਆਰਾ ਵਲੌਗ ਬਣਿਆ, ਵਲੌਗ ਦੇ ਨਾਲ ਜਰਾ ਜੁੜੇ। ਤੁਹਾਨੂੰ ਪਤਾ ਦਿਨ ਜੁਮੇ ਦਾ ਹੋਵੇ ਤੇ ਘਰ ਬਿਰਿਆਨੀ ਜਾਂ ਚਾਵਲ ਨਾ ਪੱਕਣ, ਐਵੇਂ ਕਿਵੇਂ ਹੋ ਸਕਦਾ? ਚਾਵਲ ਹੀ ਖਾਣ ਲੱਗਦਾ। ਨਾਈਸ ਮੁੰਡਾ ਕਹਿੰਦਾ ਯਾਰ ਸਵਾਦ ਜਿਹਾ ਨਹੀਂ ਆ ਰਿਹਾ, ਬੋਤਲ ਲਿਆ ਲਈ। ਮਿੱਤਰੋ ਆਪਣੇ ਹੈਪਾ ਬਾਈਕ ਨੂੰ ਮਾਰੀ ਸਲਫ ਤੇ ਲੰਘਦੇ ਪਏ ਆ ਜੀ, ਮੇਨ ਬਾਜ਼ਾਰ ਤੋਂ ਚੱਲੇ ਆ ਹਨਾਨ ਭਾਈ ਦੇ ਕੋਲੋਂ ਬੋਤਲ ਫੜੀ ਤੇ ਯਾਰ ਹੁਣੀ ਪਹੁੰਚ ਗਏ ਮਿੰਟੋ ਪਹਿਲਾਂ ਘਰ। ਮਿੱਤਰੋ ਅੱਗੇ ਹਾਜ਼ਰੇ ਖਿਦਮਤ ਹੋ ਗਈ, ਮਾਂ ਦੇ ਹੱਥਾਂ ਦੀ ਗਰਮਾ ਗਰਮ ਬਿਰਿਆਨੀ। ਮੈਂ ਕਿਹਾ ਜਲਦੀ ਦਿਓ ਇਹਨੂੰ ਰਗੜਾ। ਮੈਂ ਹਜੇ ਥੋੜੀ ਜਿਹੀ ਖਾਦੇ ਸੀ। ਨਾਈਸ ਮੁੰਡਾ ਕਹਿੰਦਾ ਮਸਜਿਦ ਦੇ ਵਿੱਚ ਮੁਸਾਫਰ ਆਏ ਆ, ਉਹਨਾਂ ਨੂੰ ਪਹਿਲੇ ਖਾਣਾ ਦੇ ਕੇ। ਮੁੰਡੇ ਨੇ ਮੁਸਾਫਰਾਂ ਨੂੰ ਕਿਹਾ ਸੀ ਕਿ 2 ਮਿੰਟ ਰੁਕਿਓ ਤੇ ਹੁਣੇ ਖਾਣਾ ਲੈ ਕੇ ਆਂਦਾ ਛੋਟਾ ਭਰਾ। ਮਸਜਿਦ ਵਿੱਚ ਮਿੱਤਰੋ ਇੱਕ ਮੁਸਾਫਰ ਸੀ, ਉਹਦੇ ਵਾਸਤੇ ਮੈਂ ਲੈ ਕੇ ਆਇਆ ਸੀ ਖਾਣਾ। ਉਹਨੂੰ ਮੈਂ ਕਿਹਾ ਸੀ ਰੁਕਿਓ ਭਾਈ ਜੀ, ਉਰੇ 2 ਮਿੰਟ ਮੈਂ ਆਇਆ ਤੇ ਲੇਕਿਨ ਰੁਕੇ ਹੀ ਨਹੀਂ। ਕੀ ਕਰ ਸਕਦੇ ਆ ਜੀ, ਹੁਣ ਵਾਪਸ ਲੈ ਕੇ ਜਾਣਾ ਪੈਣਾ ਹੈ ਖਾਣਾ। ਮਿੱਤਰੋ ਘਰ ਮੈਂ ਵਾਪਸ ਆਇਆ ਤੇ ਆਕਬ ਭਾਈ ਦੀ ਕਾਲ ਆਈ, ਕਹਿੰਦਾ ਜਲਦੀ ਆ ਮੇਰੀ ਬੈਠਕ। ਠੀਕ ਹੋ ਗਿਆ ਜਨਾਬ, ਬੈਠਕ ਚ ਆ ਜਾਂਦੇ ਆ, ਮਸਲਾ ਹੀ ਕੋਈ ਨਹੀਂ। ਮੈਂ ਕਿਹਾ ਵੈਸੇ ਕਿੱਧਰ ਜਾਣਾ? ਕਹਿੰਦਾ ਯਾਰ ਆ ਤਾਂ ਸਹੀ ਕੰਮ। ਬੈਠਕ ਦੇ ਵਿੱਚ ਆਇਆ ਤੇ ਮਾਸ਼ਾਅੱਲਾ ਸੱਜਣ ਮਿੱਤਰ ਬੇਲੀ ਆਏ ਹੋਏ ਸੀ, ਸਪੈਸ਼ਲ ਸਿਲਣ ਵਾਲੇ। ਜਾ ਕੇ ਪਾਈ ਮਿੱਠੀ ਜਿਹੀ ਜੱਫੀ ਤੇ ਕੀਤੀ ਮੁਲਾਕਾਤ। ਮੈਂ ਕਿਹਾ ਯਾਰ ਕਿੱਧਰ ਦੀਆਂ ਚੜਾਈਆਂ ਜਿਹੜਾ ਮੈਨੂੰ ਐਡੀ ਜਲਦੀ ਬੁਲਾ ਲਿਆ। ਸ਼ਹਿਰ ਤੱਕ ਜਾਣਾ, ਥੋੜਾ ਜਿਹਾ ਕੰਮ, ਉੱਥੇ ਹੀ ਜੂਸ ਪਏ ਤੇ ਮੇਰੀ ਪਾਈ ਨਜ਼ਰ। ਮੈਂ ਕਿਹਾ ਚਲੋ ਜੂਸ ਵੀ ਪੀ ਲਈਏ, ਗਲਾ ਹੋ ਜਾਏਗਾ ਫਰੈਸ਼। ਭਾਈ ਜੀ ਜੂਸ ਦਾ ਡੱਬਾ ਤੇ ਨਾਲ ਹੀ ਗਲਾਸ ਭਰ ਲਿਆ ਤੇ ਆਏ ਹਾਏ ਫਰੈਸ਼ ਜੂਸ ਸੀ ਤੇ ਗਲੇ ਦੇ ਵਿੱਚੋਂ ਲੰਘਿਆ, ਠੰਡ ਜੀ ਪੈ ਗਈ ਸੀਨੇ ਅੰਦਰ। ਲਓ ਭਾਈ ਜੀ ਅੱਗੇ ਕੋਈ ਵੀ ਨਹੀਂ ਬਹਿ ਰਿਹਾ ਹੈਗਾ ਜੀ, ਕਹਿੰਦੇ ਪੈਟਰੋਲ ਜਿਹੜਾ ਅੱਗੇ ਬੇਗਾ ਉਹ ਪਵਾਏਗਾ ਜੀ। ਲਓ ਜੀ ਹੁਣ ਕੱਲਾ ਡਰਾਈਵਰ ਹੀ ਆ ਜੀ। ਪੈਟਰੋਲ ਆ ਜਾਓ ਉਹ ਤੁਸੀਂ ਭਾਈ ਜੀ ਵੱਡੇ ਮੈਂ ਸਾਡੇ ਜੋ ਵੱਡੇ ਤੁਸੀਂ ਹੋ। ਆਕਬ ਸਾਹਿਬ ਬਹਿ ਗਏ ਅੱਗੇ। ਮੈਂ ਕਿਹਾ ਆਕਬ ਭਾਈ ਏਸੀ ਕਰ ਦੋ 3 ਤੇ ਇੱਧਰ ਨੂੰ ਪਿੱਛੇ ਨੂੰ ਮੂੰਹ ਕਰ ਦੋ, ਪਿੱਛੇ ਹਵਾ ਕੋਈ ਨਹੀਂ ਆ। ਵੈਸੇ ਯਾਰ ਜਾਣਾ ਕੀ ਕਰਨਾ? ਇਹ ਮਿੱਤਰੋ ਮੈਨੂੰ ਕੋਈ ਨਹੀਂ ਦੱਸ ਰਹੇ ਸੀ, ਕਹਿੰਦੇ ਚੁੱਪ ਕਰਕੇ ਬਸ ਬਹਿ ਜਾਈ ਜਾ ਰਹੇ ਆ, ਸ਼ਹਿਰ ਜਾਈ ਜਾ ਰਹੇ ਆ। ਇਸ ਟਾਈਮ ਪਹੁੰਚ ਗਏ ਸਕਲਾਲਾਬਾਦ ਦੇ ਕੋਲ। ਮੈਂ ਕਿਹਾ ਯਾਰ ਜਾਣਾ ਕਿੱਥੇ ਹੈ ਇਹ ਤਾਂ ਦੱਸੋ ਜੀ। ਮੈਂ ਲੱਥ ਜਾਣਾ ਗੱਡੀ ਦੇ ਵਿੱਚੋਂ, ਨਹੀਂ ਤਾਂ ਮੈਨੂੰ ਦੱਸੋ। ਕਹਿੰਦਾ ਯਾਰ ਰੁਕ ਜਾ, ਹੁਣ ਤੁਹਾਨੂੰ ਦੱਸਦੇ ਆ ਕੀ ਕਰਨ ਆਏ। ਲਓ ਜੀ ਮਿੱਤਰੋ ਕਿੱਥੇ ਪਹੁੰਚ ਗਏ? ਆਕਬ ਸਾਹਿਬ ਇੱਥੇ ਵੈਸੇ ਕੀ ਕਰਨ ਆਏ? ਸ਼ਹਿਰ ਸਿਲਾਂ ਲਿਆ ਸੀ ਨਾਜ਼ਰ ਭਾਈ ਕੋਲ ਰੋਟੀ ਖਾਣ ਆਏ ਨੇ। ਡੇਰਾ ਸ਼ਮਾਰੇ ਤੋਂ ਰੋਟੀ ਖਾਣੇ ਸਾਨੂੰ। ਰੋਟੀ ਭਾਈ ਜੀ ਕਹਿੰਦਾ ਫੁੱਲ ਬ੍ਰਾਂਡਡ, ਜੋ ਤੁਸੀਂ ਕਹੋਗੇ। 50-60 ਹਜ਼ਾਰ ਦੀ ਰੋਟੀ ਖਾਣੀ ਹੈ। ਪਲੀਜ਼ ਆ ਗਿਆ। ਅਸੀਂ ਹੋਟਲ ਜਾਣਾ ਸੀ, ਕਹਿੰਦੇ ਉਹ ਰਾਤ ਨੂੰ ਹੋਟਲ ਖੋਲਦਾ। ਮੈਂ ਕਿਹਾ ਐਸਾ ਕਿਹੜਾ ਹੋਟਲ ਆ, ਉਹ ਤਾਂ ਦਿਨ ਨੂੰ ਖੁੱਲ ਜਾਂਦੇ ਆ 2 ਵਜੇ ਤੋਂ ਬਾਅਦ। ਨਜ਼ਰ ਮਾਰੋ ਚੁਬਾਰਾ ਰੈਸਟੋਰੈਂਟ ਆ, ਜਿਹਦਾ ਨਾਮ ਤੇ ਰਾਤ ਨੂੰ ਕਹਿੰਦੇ ਬੜਾ ਹੀ VIP ਮਾਹੌਲ ਆ। ਜੇ ਅਸੀਂ ਰਾਤ ਹੋਣੇ ਦਾ ਵੇਟ ਕਰ ਰਹੇ ਸੀ, ਇਸ ਟਾਈਮ ਤੁਸੀਂ ਦੇਖ ਰਹੇ ਆ, ਤੁਸੀਂ ਕਹਿੰਦੇ ਹੋਣੇ ਆ ਲਾਹੌਰ ਫਿਰ ਰਹੇ ਆ। ਇਹ ਲਾਹੌਰ ਨਹੀਂ ਹੈ, ਇਹ ਸਰਗੋਦਾ ਆ। ਹਾਂਜੀ ਸਰਗੋਦਾ ਵੀ ਬੜਾ ਪਿਆਰਾ ਬਣ ਗਿਆ। ਮਿੱਤਰੋ ਬਹੁਤ ਹੀ ਪਿਆਰਾ ਇੱਕ ਭਾਜੀ ਪਾਰਕ ਬਣਿਆ ਹੋਇਆ, ਮਤਲਬ ਯਾਰ ਹੈ ਟਾਊਨ ਹੀ ਆ ਲੇਕਿਨ ਬੜਾ ਹੀ ਪਿਆਰਾ ਉਹਨਾਂ ਨੇ ਬਣਾਇਆ, ਜਿਹਦਾ ਨਾਮ ਆ ਮੈਨੂੰ ਲੱਗਦਾ ਸ਼ਾਲੀਮਾਰ ਸਮਾਰਟ ਸਿਟੀ। ਓਏ ਹੋਏ ਚੈੱਕ ਕਰੋ ਭਾਜੀ, ਦੁਬਈ ਵਾਲੀ ਫੀਲਿੰਗ। ਇਹਦਾ ਇਹਨਾਂ ਨੇ ਐਵੇਂ ਖਿਲਾਰੀ ਹੁੰਦੀ ਹੈ ਜਿਵੇਂ ਪਤਾ ਨਹੀਂ ਕੀ ਹੋਇਆ। ਕਹਿੰਦੇ ਭਾਜੀ ਵਾਪਸ ਚਲੋ, ਜੁਮਾ ਹਫਤਾ ਤਵਾਰ ਹੈਗਾ ਫੈਮਿਲੀ। ਫਿਰ ਮਿੱਤਰੋ ਉਹੀ ਥਾਂ ਪਹੁੰਚ ਗਏ ਆ, ਚੁਬਾਰਾ ਰੈਸਟੋਰੈਂਟ। ਜਾ ਰਹੀ ਆ ਲਿਫਟ, ਜਾਣਾ ਕਿਉਂਕਿ ਤੀਜੇ ਕੇ ਚੌਥੇ ਫਲੋਰ ਤੇ ਅਸੀਂ। ਮਿੱਤਰੋ ਮੈਂ ਆਇਆ ਤਾਂ ਪਹਿਲੀ ਵਾਰੀ ਆ ਚੁਬਾਰਾ ਰੈਸਟੋਰੈਂਟ, ਲੇਕਿਨ ਜਾ ਕੇ ਅੱਗੇ ਦੇਖਦੇ ਆ ਕੈਸਾ ਆਇਆ ਯਾਰ। ਮਿੱਤਰੋ ਇੱਥੇ ਕਹਿੰਦੇ ਹੁਣ ਖਾਣ ਪੀਣ ਨੂੰ ਦਵਾਂਗੇ ਰਗੜਾ। ਮੈਂ ਕਿਹਾ ਮੰਗਾ ਲਓ ਜੋ ਵੀ ਮੰਗਾਣਾ, ਮਸਲਾ ਕੋਈ ਵੀ ਹੋਵੇ ਤੇ ਮਸਲਾ। ਮਿੱਤਰੋ ਇੱਕ ਕੰਮ ਖਰਾਬ ਹੋ ਗਿਆ, ਚਾਵਲ ਮੈਂ ਰੱਜ ਕੇ ਖਾ ਲਏ ਤੇ ਇਸ ਕਰਕੇ ਹਜੇ ਤੱਕ ਵੀ ਮੈਨੂੰ ਭੁੱਖ ਕੋਈ ਨਹੀਂ ਲੱਗੀ। ਲਓ ਭਾਈ ਜੀ ਇੱਥੇ ਆਰਡਰ ਦੇਖਦੇ ਆ ਹੁਣ ਕੀ ਪਸੰਦ ਆਇਆ। ਹਾਂਜੀ ਭਾਈ ਜੀ ਕੀ ਪਸੰਦ ਆਇਆ? ਮਲਾਈ ਬੋਟੀ ਹੋ ਗਿਆ। ਮਲਾਈ ਬੋਟੀ ਪਸੰਦ ਆ ਗਿਆ ਜੀ, ਆਕਬ ਸਾਹਿਬ ਨੂੰ ਦੱਸਦੇ ਆ ਜੀ। ਇਹ ਫੁੱਲ ਚਾਰੀ ਕਰਾ ਲਓ। ਓਏ ਹੋਏ ਉਹ ਖੈਰ। ਹਾਂਜੀ ਇੱਧਰ ਵੀ ਪੁੱਛ ਲਓ। ਬੱਕਰਾ ਖਾਣਾ ਜੀ ਇਹਨੇ, ਖਵਾ ਬੰਦਾ ਆ ਰਿਹਾ ਆ ਕਹਿੰਦਾ ਜੀ ਮੈਂ ਬੱਕਰਾ ਖਾਣਾ। ਜੀ ਮਿੱਤਰੋ ਚੁਬਾਰਾ ਰੈਸਟੋਰੈਂਟ ਇੱਕ ਵਾਰੀ ਤੁਹਾਨੂੰ ਮੈਂ ਦਿਖਾਉਂਦਾ। ਉਹ ਸਾਹਮਣੇ ਕਵਾਲੀ ਵਾਲੇ ਬੈਠੇ ਆ, ਉਹ ਪਰੇ ਫੈਮਿਲੀ ਹਾਲ ਦਾ ਤੇ ਇੱਧਰ ਬੰਦਿਆਂ ਵਾਲਾ ਹਾਲ ਆ। ਤੇ ਉਹ ਉੱਤੇ ਨੂੰ ਜਿਹੜੀ ਆ ਜੀ ਭਾਈ ਜੀ ਕੇਕ ਕੂਕ ਫ੍ਰੀ ਜਾ ਕੇ ਤੁਸੀਂ ਉੱਤੇ ਕੱਟ ਸਕਦੇ। ਇਹਨਾਂ ਨੇ ਕੀਤੀ ਆ ਜੀ ਐਡਵਾਂਸ ਡੈਕੋਰੇਸ਼ਨ ਹੋਰ ਕਰਾਣੀ ਹੈ ਤੇ ਉਹਦੇ ਤੁਸੀਂ ਪੈਸੇ ਦੇਣੇ ਪੈਣੇ। ਕੇਕ ਲੈ ਕੇ ਆ ਕੇ ਭਾਜੀ ਉੱਤੇ ਨੂੰ ਤੁਸੀਂ ਕੱਟ ਸਕਦੇ ਆ। ਕਿਆ ਬਾਤ ਆ, ਫ੍ਰੀ ਦੇ ਵਿੱਚ ਮਿੱਤਰੋ ਯਾਰ ਬੜੀ ਹੀ VIP ਜਗ੍ਹਾ ਤੇ ਤੁਸੀਂ ਕੇਕ ਕੱਟੋ ਯਾਰ। ਲਾਈ ਬੋਟੀ ਤੇ ਨਾਲ ਅਚਾਰੀ ਗੋਸ਼ਤ ਆ ਗਿਆ ਆ। ਹਾਏ ਹਾਏ ਸਵਾਦ ਮੈਨੂੰ ਲੱਗਦਾ ਅੱਜ ਤਾਂ ਸਾਰਾ ਹੀ ਆਜੂ। ਆਕਬ ਭਾਈ ਕਹਿੰਦਾ ਦੇ ਦੋ ਹੁਣ ਰਗੜਾ। ਮੈਂ ਕਿਹਾ ਯਾਰ ਮੈਨੂੰ ਇੰਨੀ ਭੁੱਖ। ਮਿੱਤਰੋ ਇੱਥੇ ਬਿੱਲ ਜਦੋਂ ਦਈਦਾ ਨਾ ਉੱਤੇ ਇੱਕ ਕਾਪੀ ਜੀ ਫੜਾ ਦਿੰਦੇ ਆ, ਕਹਿੰਦੇ ਇਹਦੇ ਤੇ ਆਪਣਾ ਰਿਵਿਊ ਦਿਓ, ਕੋਈ ਸ਼ਾਇਦ ਦੀ ਕਮੀ ਪੇਸ਼ੀ ਆ ਤੇ ਦੱਸੋ।
ਮਿੱਤਰੋ ਇੱਥੇ ਫਰਮਾਇਸ਼ ਕਰਕੇ ਵੀ ਤੁਸੀਂ ਕਵਾਲੀ ਸੁਣ ਸਕਦੇ ਆ, ਜਿਹੜੀ ਸੁਣਨੀ ਆ ਕਿਆ ਬਾਤ ਆ, ਬੜੇ ਹੀ ਪਿਆਰੇ ਮਨਾਜ਼ਰ। ਫਿਰ ਸਰਗੋਦਾ ਲਿਓ ਜਰਾ ਵੀਡੀਓ ਨੂੰ ਇੱਕ ਵਾਰੀ ਸ਼ੇਅਰ ਕਰ ਦਿਓ, ਫੇਸਬੁੱਕ ਤੇ ਦੇਖ ਰਹੇ ਆ ਤੇ ਫੇਸਬੁੱਕ ਤੇ ਸ਼ੇਅਰ ਕਰ ਦਿਓ, ਵੀਡੀਓ ਨੂੰ ਰਿਪੋਸਟ ਵੀ ਇੱਕ ਵਾਰੀ ਕਰ ਦਿਓ। ਦੱਸੋ ਯਾਰ ਅੱਜ ਦਾ ਵਲੌਗ ਕੈਸਾ ਲੱਗਿਆ, ਤੁਸੀਂ ਕਮੈਂਟ 'ਚ ਦੱਸੋਗੇ ਤੇ ਫੇਰ ਹੀ ਯਾਰ ਮਜ਼ਾ ਆਣਾ ਵਲੌਗ ਦਾ। ਆਕਬ ਸਾਹਿਬ ਉਹ ਯਾਰ ਆਈਸਕ੍ਰੀਮ ਕੋਈ ਨਹੀਂ, ਯਕੀਨ ਕਰ ਫੁੱਲ ਨਾ। ਰਹਿਣ ਦੇ, ਬੜਾ ਦਿਲ ਕਰ ਰਿਹਾ ਉਹ ਰਹਿਣ ਦੇ ਯਾਰ। ਲੋ ਭਾਜੀ 3 ਸਕੋਪ ਮੰਗਾ ਲਏ, ਇਹ ਨਹੀਂ ਪਤਾ ਲੱਗਦਾ ਕਿਹੜੇ ਕਿਹਦੇ ਕੋਲ। ਉਹ ਖਾ ਲੋ ਭਾਈ, ਕੁਲਫੀ ਹੁੰਦੀ ਐ ਵੀ ਏਦਾਂ ਹੀ ਗੱਲ ਆ ਭਾਈ। ਜੇ ਮੇਰੇ ਕੋਲ ਟੁੱਟੀ ਫੁੱਟੀ ਆ ਗਈ ਨਾ ਵਲੌਗ ਬਣਾ ਲਓ। ਆਕਬ ਰਹਿਣ ਦੇਣਾ ਸੀ ਯਾਰ, ਤੈਨੂੰ ਆਖਿਆ ਸੀ ਨਾ, ਤੈਨੂੰ ਕਿਹਾ ਸੀ ਰਹਿਣ ਦੇਣਾ। ਭਾਈ ਪੇਮੈਂਟ ਤਾਂ ਹੁਣ ਦੇਣੀ ਪੈਣੀ ਆ ਯਾਰ। ਚੱਲ ਕੋਈ ਨਹੀਂ ਆਕਬ, ਬੜਾ ਮਨਾ ਕੀਤਾ ਆਕਬ ਭਾਈ ਨੇ। ਮਿੱਤਰੋ ਪਿੰਡ ਪਹੁੰਚ ਗਿਆ ਵਾਪਸ। ਇੱਥੇ ਹੁਣ ਯਾਰ ਹੁਣੀ ਲੱਥਣ ਲੱਗੀਆਂ, ਮੈਂ ਕਿਹਾ ਪਾ ਲਿਆ ਮਿੱਠੀ ਮਿੱਠੀ ਜੱਫੀ। ਪਤਾ ਨਹੀਂ ਕਿੰਨੇ ਦਿਨਾਂ ਬਾਅਦ ਮਿਲਣਾ। ਲਓ ਜੀ ਆਕਬ ਭਾਈ ਨੂੰ ਮਿੱਠੀ ਜਿਹੀ ਜੱਫੀ ਪਾਈ ਜਾ ਰਹੀ ਆ। ਕਿਆ ਬਾਤ, ਇਹ ਤਾਂ ਤੇਰੇ ਨਾਲ ਆਇਆ, ਆ ਇਹਦੇ ਨਾਲ ਹੀ ਆਇਆ, ਉਹਨੂੰ ਜੱਫੀਆਂ ਪਾਈਆਂ ਨੇ, ਸਾਨੂੰ ਮਿਲ ਰਿਹਾ ਆਪਣੇ ਨਾਲ। ਆ ਸੀ ਅੱਜ ਦਾ ਵਲੌਗ। ਮੈਨੂੰ ਕਿਉਂ ਲੱਗਦਾ ਸਟੋਰੀ ਫੁੱਲ ਹੋ ਗਈ? ਨਹੀਂ ਹੋਈ ਬਾਈ। ਓਕੇ ਭਾਈ।